ਅੱਜਕੱਲ ਇੰਡੀਆ ਜਾਪਾਨ ਰਿਲੇਸ਼ਨ ਦੀ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਗ੍ਰਾਫਿਕ ਵੀ ਸਰਕੂਲੇਟ ਹੋ ਰਿਹਾ ਹੈ ਜਿਹਦੇ ਵਿੱਚ ਜਾਪਾਨ ਵੱਲੋਂ ਇੰਡੀਆ ਵਿੱਚ ਲਗਭਗ 1 ਟ੍ਰਿਲੀਅਨ ਰੁਪੀਸ ਦੀ ਇਨਵੈਸਟਮੈਂਟ ਅਤੇ 120 MOUs ਦਾ ਜ਼ਿਕਰ ਹੈ। ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਹੈ ਕਿ ਪਿਛਲੇ 1 ਸਾਲ ਦੇ ਦੌਰਾਨ 100 ਤੋਂ ਵੱਧ ਬਿਜ਼ਨਸ ਐਗਰੀਮੈਂਟ ਹੋਏ ਨੇ ਜਾਪਾਨ ਦੇ ਨਾਲ, ਜਿਨ੍ਹਾਂ ਵਿੱਚੋਂ ਇੰਡੀਆ ਵਿੱਚ $10 ਬਿਲੀਅਨ ਤੋਂ ਵੱਧ ਜੈਪਨੀਜ਼ ਇਨਵੈਸਟਮੈਂਟ ਆਉਣ ਦੀ ਉਮੀਦ ਹੈ। ਇਸ ਲਈ ਵਾਇਰਲ ਗ੍ਰਾਫਿਕ ਦੀ ब्रॉड डायरेक्शन सही है, हालांकि एग्जैक्ट नंबर ਨੂੰ ऑफिशियल वर्डिंग ਦੇ ਨਾਲ ਹੀ कोट करना बेहतर रहेगा। सो वेलकम टू माई व्लॉग और मैं हाँ रविंदर सिंह रॉबिन। जैपनीज़ प्राइम मिनिस्टर सनाए ताकेची ਦੀ जुलाई 1 ਤੋਂ ਲੈ ਕੇ जुलाई 3 तक इंडिया विजिट एंड 16th इंडिया जापान एनुअल समिट ਨੂੰ ਇੱਕ ਸਿਰਫ ਡਿਪਲੋਮੈਟਿਕ ਇਵੈਂਟ ਵਜੋਂ ਨਹੀਂ ਵੇਖਣਾ ਚਾਹੀਦਾ। ਇਹ ਰਿਲੇਸ਼ਨਸ਼ਿਪ ਹੁਣ ਬੁਲਟ ਟ੍ਰੇਨ, ਆਟੋਮੋਬਾਈਲ ਐਂਡ ਟ੍ਰੈਡੀਸ਼ਨਲ ਮੈਨੂਫੈਕਚਰਿੰਗ ਤੋਂ ਅੱਗੇ ਜਾ ਕੇ AI, semiconductors, critical minerals, defense technology, energy security, pharmaceutical ਅਤੇ ਮੈਰੀਟਾਈਮ ਇਨਫਰਾਸਟ੍ਰਕਚਰ ਤੱਕ ਪਹੁੰਚ ਚੁੱਕੀ ਹੈ। ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਬਹੁਤ ਰੈਲੇਵੈਂਟ ਲਾਈਨ ਕਹੀ, ਮਿਊਚੁਅਲ ਟਰਸਟ ਇਜ਼ ਆਵਰ ਬਿਗੇਸਟ ਸਟ੍ਰੈਟੇਜਿਕ ਐਸੈਟ। ਇਹ ਟਰਸਟ ਹੀ ਇੰਡੀਆ ਜਾਪਾਨ ਪਾਰਟਨਰਸ਼ਿਪ ਦੀ ਅਸਲੀ ਪੂੰਜੀ ਹੈ। ਜਾਪਾਨ ਕੋਲੋਂ ਪ੍ਰੀਸੀਜ਼ਨ ਟੈਕਨੋਲੋਜੀ, ਕੈਪੀਟਲ, ਕੁਆਲਿਟੀ ਮੈਨੂਫੈਕਚਰਿੰਗ ਅਤੇ ਲੌਂਗ ਟਰਮ ਪਲੈਨਿੰਗ ਹੈ, और इंडिया को स्केल, स्किल्ड मैन पावर, सॉफ्टवेयर कैपेबिलिटी, ग्रोइंग मार्केट एंड स्ट्रैटेजिक लोकेशन है। और पंजाबी विच कहते हैं ना जी, 1 और 1 11 होंदे ने, तो दोवां दियां स्ट्रेंथ इकट्ठियां होके तो पार्टनरशिप का इंपैक्ट बायलैटरल ट्रेड विच वड्डा हो सकता है। प्राइम मिनिस्टर ताकेची ने फॉर्मर जापान प्राइम मिनिस्टर शिंजो एबे की गल नूं याद कराया, अ स्ट्रॉन्ग इंडिया इज़ गुड फॉर जापान एंड स्ट्रॉन्ग जापान इज़ गुड फॉर इंडिया। पर ਇੱਥੇ ਇੱਕ ਪ੍ਰੈਕਟੀਕਲ ਕੁਐਸਚਨ ਵੀ ਹੈ ਕਿ ਅਨਾਊਂਸਡ ਇਨਵੈਸਟਮੈਂਟ ਗਰਾਊਂਡ ਉੱਤੇ ਫੈਕਟਰੀਜ਼, ਇੰਪਲੋਇਮੈਂਟ, ਟੈਕਨੋਲੋਜੀ ਟਰਾਂਸਫਰ ਅਤੇ ਐਕਸਪੋਰਟ ਵਿੱਚ ਕਨਵਰਟ ਹੋ ਜਾਏਗਾ? ਸਰਟਨਲੀ ਹੋਏਗਾ। ਇਹਦੇ ਵਿੱਚ ਕੋਈ ਦੌਰ ਆਏ ਨਹੀਂ ਹੈ ਕਿ MOUs ਹੈਡਲਾਈਨ ਬਣਾਉਂਦੇ ਨੇ, ਪਰ ਇੰਪਲੀਮੈਂਟੇਸ਼ਨ ਇਕੋਨਮੀ ਬਣਾਉਂਦੇ ਨੇ। ਸੋ ਲੈਂਡ ਐਕੁਜੀਸ਼ਨ, ਰੈਗੂਲੇਟਰੀ ਡਿਲੇਜ਼, ਟੈਕਸੇਸ਼ਨ, ਕੰਟਰੈਕਟ ਇਨਫੋਰਸਮੈਂਟ ਅਤੇ ਸਕਿਲਡ ਵਰਕਫੋਰਸ ਵਰਗੇ ਇਸ਼ੂ ਉੱਤੇ ਇੰਡੀਆ ਨੂੰ ਲਗਾਤਾਰ ਕੰਮ ਕਰਨਾ ਪਵੇਗਾ। ਦੂਜੇ ਪਾਸੇ ਜੈਪਨੀਜ਼ ਕੰਪਨੀ ਨੂੰ ਵੀ ਇੰਡੀਆ ਨੂੰ ਸਿਰਫ ਕੰਜ਼ਿਊਮਰ ਮਾਰਕੀਟ ਤੱਕ ਹੀ ਨਹੀਂ, ਸਗੋਂ ਮੇਕ ਇਨ ਇੰਡੀਆ ਫॉर ਦ ਵਰਲਡ ਪ੍ਰੋਡਕਸ਼ਨ ਬੇਸ ਵਜੋਂ ਵੇਖਣਾ ਪਵੇਗਾ। ਹੁਣ ਇਹਦੇ ਵਿੱਚ ਇੱਕ ਗੱਲ ਜ਼ਰੂਰੀ ਹੈ ਕਿ ਪੈਸੀਫਿਕ ਐਂਡ ਇੰਡੀਅਨ ਓਸ਼ਨ ਨੂੰ ਵੱਖ-ਵੱਖ ਇਕਨੋਮਿਕ ਸਪੇਸਿਸ ਵਾਂਗ ਨਹੀਂ ਵੇਖਿਆ ਜਾ ਸਕਦਾ। ਐਨਰਜੀ ਸ਼ਿਪਮੈਂਟਸ, ਕੰਟੇਨਰ ਟ੍ਰੇਡ, ਡਿਜੀਟਲ ਕੇਬਲ ਐਂਡ ਕ੍ਰਿਟੀਕਲ ਸਪਲਾਈ ਚੇਨ ਇੰਡੀਅਨ ਓਸ਼ਨਸ ਤੋਂ ਸਟੇਟ ਆਫ ਮਲਾਇਕਾ ਰਾਹੀਂ ਪੈਸੀਫਿਕ ਤੱਕ ਜੁੜੀਆਂ ਹੋਈਆਂ ਨੇ। ਔਰ ਇਸ ਕੋਰੀਡੋਰ ਵਿੱਚ ਇੰਸਟੇਬਿਲਿਟੀ ਆਉਂਦੀ ਹੈ ਤਾਂ ਜਾਪਾਨ ਦੀ ਐਨਰਜੀ ਸਿਕਿਉਰਿਟੀ ਅਤੇ ਇੰਡੀਆ ਦਾ ਟ੍ਰੇਡ ਦੋਵੇਂ ਪ੍ਰਭਾਵਿਤ ਹੁੰਦੇ ਨੇ। ਇਸ ਲਈ ਫ੍ਰੀ ਐਂਡ ਓਪਨ ਪੈਸੀਫਿਕ ਸਿਰਫ ਚਾਈਨਾ ਨੂੰ ਕਾਊਂਟਰ ਕਰਨ ਵਾਲਾ ਸਲੋਗਨ ਨਹੀਂ ਹੋਣਾ ਚਾਹੀਦਾ। ਇਸ ਦਾ ਅਸਲ ਮਤਲਬ ਹੋਣਾ ਚਾਹੀਦਾ ਹੈ ਓਪਨ ਸੀ ਲੇਨਸ, ਫਰੀडम ਆਫ ਨੈਵੀਗੇਸ਼ਨ, ਰੂਲ ਬੇਸਡ ਕਮਰਸ ਅਤੇ ਛੋਟੇ ਦੇਸ਼ਾਂ ਨੂੰ ਪ੍ਰੈਸ਼ਰ ਤੋਂ ਬਿਨਾਂ ਡਿਸੀਜ਼ਨ ਲੈਣ ਦੀ ਆਜ਼ਾਦੀ। ਪ੍ਰਾਈਮ ਮਿਨਿਸਟਰ ਜਾਪਾਨ ਨੇ ਵੀ ਕਿਹਾ ਕਿ ਕਿਸੇ ਨੇਸ਼ਨ ਨੂੰ ਕੋਰੀਏਸ਼ਨ ਕਰਕੇ ਆਪਣੀ ਚੁਆਇਸ ਬਦਲਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਮੇਰੀ ਨਜ਼ਰ ਵਿੱਚ ਇੰਡੀਆ ਜਾਪਾਨ ਰਿਲੇਸ਼ਨ ਦੀ ਲੋੜ ਦੋਵਾਂ ਨੂੰ ਹੈ। ਜਾਪਾਨ ਨੂੰ ਯੰਗਰ ਵਰਕਫੋਰਸ, ਐਕਸਪੈਂਡਿੰਗ ਮਾਰਕੀਟ ਅਤੇ ਡਿਪੈਂਡੇਬਲ ਸਟ੍ਰੈਟੇਜਿਕ ਪਾਰਟਨਰ ਚਾਹੀਦਾ ਹੈ, ਔਰ ਇੰਡੀਆ ਨੂੰ ਇਨਵੈਸਟਮੈਂਟ, ਐਡਵਾਂਸ ਟੈਕਨੋਲੋਜੀ, ਕੁਆਲਿਟੀ ਇਨਫਰਾਸਟ੍ਰਕਚਰ ਅਤੇ ਟਰਸਟਡ ਸਪਲਾਈ ਚੇਨ ਦੀ ਲੋੜ ਹੈ। ਪਰ ਪੰਜਾਬੀ ਵਿੱਚ ਇੱਕ ਹੋਰ ਕਹਾਵਤ ਹੈ, ਗੱਲੀ ਬਾਤੀ ਪਹਾੜ ਨਹੀਂ ਹਿਲਦੇ। ਇਸ ਨਿਊ ਚੈਪਟਰ ਦੀ ਅਸਲ ਕਾਮਯਾਬੀ ਸਮਿਟ ਪਿਕਚਰਸ ਜਾਂ ਫਿਰ MOUs ਦੇ ਨਾਲ ਨਹੀਂ, ਸਗੋਂ ਕੰਪਲੀਟਡ ਪ੍ਰੋਜੈਕਟਸ, ਜੌਬਸ, ਐਕਸਪੋਰਟਸ ਐਂਡ ਮੈਜਰੇਬਲ ਟੈਕਨੋਲੋਜੀ ਟਰਾਂਸਫਰ ਨਾਲ ਜੱਜ ਹੋਏਗੀ। ਜਾਪਾਨ ਔਰ ਭਾਰਤ ਦੇ ਵੱਧਦੇ ਸੰਬੰਧਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਜ਼ਰੂਰ ਪਾਇਓ। ਮੈਂ ਜਲਦ ਮਿਲਦਾ ਨਵੇਂ ਵਲੌਗ 'ਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਰੱਬ ਰਾਖਾ।